बिलावल महला पंजवा। जिस समय श्री गुरु हरगोबिंद साहब जी नूं बुखार आदਿਕ होया सी, उस समय ठीक हो जाण तों बाबा बुढ़ा जी आदਿਕ गुरसिखा ने सतगुरां तों बाल श्री गुरु हरगोबिंद साहब जी का हाल पुछिया ਤਾਂ सतगुरां ने यह पावन शब्द उचारण किया। इसे प्रथाए होर भी अनेकां शब्द आउंदे ने। पंजवें पातशाह शहीदां दे सरताज धन सतगुरु श्री गुरु अर्जन देव साहब जी महाराज बिलावल राग विच शुभ पावन उपदेश की बख्शिश करते हैं। गीत हमारे साजना, ये साडे मित्र भाई लंगाहा जी आदिक अते साडे सज्जन बाबा बुढ़ा जी आदिक गुरसिखो, बालक हरगोबिंद नूं परमात्मा ने आप ताप आदिक तो रख लेना कीता है। राखे गोविंद, सो जो गोविंद अकाल पुरख वाहिगुरु परमात्मा है, गो इंद्रियां दी रखिया करने वाला वाहिगुरु, उस गोविंद वाहिगुरु परमात्मा ने जो बालक गुरु हरगोबिंद साहब जी नूं ताप आदिक तो बचा के रखिया है। इसी प्रकार गीत हमारे साजना, जिहड़े शुभ गुण साडे मित्र हन, वैराग विवेक ते ये गुण धारण करने वाले जिहड़े संत मित्र ने, अते श्रवण मनन करन वाले जिहड़े सज्जन हन, ये सज्जनों महाराज फरमाउंदे ने राखे गोविंद। गोविंद पृथ्वी दे रक्षक परमात्मा ने अपने भगत अपनी शरण विच बचा के रखे हन। निंदक मृतक होए गए, निंदक अपकीर्ति करने वाले लोग या विकार आदिक सारे ये मृतक मुर्दे हो गए हन, भाव निवृत्त हो गए ने। तुम हो निचिंद, इसलिए हे मित्र जनो तुसी हुण निश्चिंत होना करो। रहाऊ विश्राम देकर फरमान करते ने सगल मनोरथ प्रभ किए। सो जो अकाल पुरख परमात्मा वाहिगुरु है, जिन्हें भी मन के मनोरथ सन उन्हें पूरे कर दिते हन। भेटे गुरदेव, गुरदेव पूजनी गुरु श्री गुरु नानक देव जी, श्री गुरु रामदास साहब जी दे भेटे मिलन करके परमात्मा ने साढ़े सारे मनोरथ संकल्प ये पूरे कर दिते हन। जय जयकार जगत मह, साडी हुण सारे संसार दे विच ही जय जयकार हो रही है। सफल जाकी सेव, जिस गुरु साहब जी की कीती जिहड़ी सेवा टहल है वो भी सफली सैत ज्ञान फल दे है। या जिस गुरु रामदास जी की कीती सेवा सफली है, उन्हां दी सारे संसार विच जय जयकार हो रही है। ऊच अपार अगनत हर, जो हरि परमात्मा तिन्हां गुणां तो अतीत होण रूप सब तो उच्चा वड्डा है, अपार प्रकृति दे पारावार तो रहत है, अनगिनत गुणा वाला है। अब जीव जिस हाथ, पर सारे जीवां दी पालन पोषण दी विधि जिस वाहिगुरु दे अपने हथ अधीन है। नानक
ਪ੍ਰਭ ਸਰਣਾਗਤੀ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਅਸੀਂ ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਜਤ ਕਤ ਮੇਰਾ ਸਾਥ, ਜੋ ਜਿੱਥੇ ਕਿਤੇ ਵੀ ਪਾਪ ਸਭ ਥਾਵਾਂ ਵਿੱਚ ਮੇਰੇ ਨਾਲ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਅੰਗ ਸੰਗ ਵਸਦਾ ਹੈ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਸ਼ੋਭਾਮਣ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਗੁਰ ਪੂਰਾ ਆਰਾਧਿਆ। ਇਹ ਭਾਈ ਜਦ ਅਸੀਂ ਪੂਰਨ ਗੁਰੂ ਨੂੰ ਆਰਾਧਨਾ ਕੀਤਾ, ਹੋਏ ਕਿਰਪਾਲ। ਤਦੋਂ ਪ੍ਰਭੂ ਜੀ ਸਾਡੇ ਉੱਪਰ ਕਿਰਪਾਲੂ ਹੋ ਗਏ। ਮਾਰਗ ਸੰਤ ਬਤਾਇਆ। ਸ਼ਾਂਤ ਚਿਤ ਮਹਾਤਮਾ ਜਾਂ ਗੁਰੂ ਸਾਹਿਬ ਨੇ ਭਗਤੀ ਸਹਿਤ ਗਿਆਨ ਦਾ ਰਸਤਾ ਸਾਨੂੰ ਦੱਸਣਾ ਕੀਤਾ ਹੈ। ਤੇ ਜਮ ਜਾਲ, ਜਿਸ ਤੇ ਚੱਲਣ ਕਰਕੇ ਭਾਵ ਭਗਤੀ ਤੇ ਗਿਆਨ ਨੂੰ ਦ੍ਰਿੜ ਕਰਕੇ ਯਮਦੂਤਾਂ ਦੇ ਫਾਹੇ ਟੁੱਟ ਗਏ ਹਨ, ਜਾਂ ਜੰਮਣ ਮਰਨ ਦੇ ਸਮੂਹ ਬੰਧਨ ਇਹ ਟੁੱਟ ਗਏ, ਨਿਵਰਤ ਹੋ ਗਏ ਹਨ। ਭੂਖ ਸੰਸਾ ਮਿਟਿਆ। ਸਾਡਾ ਜੰਮਣ ਮਰਨ ਦਾ ਦੁੱਖ, ਜੋ ਬਿਮਾਰੀਆਂ ਦਾ ਕਸ਼ਟ, ਆਸਾ ਤੇ ਤ੍ਰਿਸ਼ਨਾ ਦੀ ਭੁੱਖ ਅਤੇ ਪ੍ਰਮਾਣਗਤ ਪਰਮੇਗਤ ਇਤਿਆਦਿਕ ਸੰਸਾਰ ਮਿਟ ਗਿਆ ਹੈ, ਨਿਵਰਤ ਹੋ ਗਿਆ ਹੈ। ਗਾਵਤ ਪ੍ਰਭ ਨਾਮ, ਉਸ ਪਰਮਾਤਮਾ ਦਾ ਨਾਮ ਗਾਉਂਦਿਆਂ ਸਾਡਾ ਇਹ ਸੰਸਾਰ ਦੁੱਖ ਕਲੇਸ਼ ਸਭ ਮਿਟ ਗਿਆ ਹੈ। ਸਹਿਜ ਸੁਖ ਆਨੰਦ ਰਸ, ਆਨੰਦ ਸਰੂਪ ਹਰੀ ਵਿੱਚ ਰਸ ਪ੍ਰੇਮ ਕਰਕੇ ਅਚੁੱਤ ਸੁਖ ਪ੍ਰਾਪਤ ਹੋਇਆ ਹੈ, ਜਾਂ ਸੁਖ ਸਰੂਪ ਹਰੀ ਵਿੱਚ ਪ੍ਰੇਮ ਕਰਕੇ ਸੁਧੇ ਸਿੱਧੀ ਆਤਮਿਕ ਆਨੰਦ ਦੀ ਪ੍ਰਾਪਤੀ ਹੋਈ ਹੈ। ਪੂਰਨ ਸਭ ਕਾਮ, ਅਤੇ ਮੁਕਤੀ ਆਦਿਕ ਦੇ ਸਾਰੇ ਕੰਮ ਵੀ ਇਹ ਪੂਰੇ ਹੋ ਗਏ ਹਨ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜਲਨ ਬੁਝੀ ਸੀਤਲ ਭਏ, ਵਿਛੋੜੇ ਦੀ ਜਲਨ ਦਾ ਨਿਵਰਤ ਹੋ ਗਈ ਹੈ। ਮਹਾਰਾਜ ਦੇ ਦਰਸ਼ਨ ਕਰਕੇ ਅਸੀਂ ਸ਼ਾਂਤ ਚਿਤ ਹੋ ਗਏ ਹਾਂ। ਆਖੇ ਪ੍ਰਭ ਆਪ, ਪਰਮਾਤਮਾ ਨੇ ਆਪ ਹੀ ਕਿਰਪਾ ਕਰਕੇ ਸਾਡੀ ਰੱਖਿਆ ਕੀਤੀ ਹੈ। ਨਾਨਕ ਪ੍ਰਭ ਸਰਣਾਗਤੀ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਅਸੀਂ ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਜਾ ਕਾ ਵੱਡ ਪ੍ਰਤਾਪ, ਜਿਸ ਪਰਮਾਤਮਾ ਦਾ ਸਭ ਤੋਂ ਵੱਡਾ ਤੇਜ ਪ੍ਰਭਾਵ ਹੈ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਇਹ ਸ਼ੋਭਾਮਣ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਧਰਤ ਸੁਹਾਵੀ ਸਫਲ ਥਾਨ, हे ਭਾਈ ਇਹ ਅੰਮ੍ਰਿਤਸਰ ਦੀ ਧਰਤੀ ਸ਼ੋਭਨੀਕ ਹੋ ਰਹੀ ਹੈ ਅਤੇ ਇਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਪ ਅਸਥਾਨ ਵੀ ਸਫਲ ਹੋਇਆ ਹੈ। ਇਸੇ ਪ੍ਰਕਾਰ ਧਰਤ ਸੁਹਾਵੀ ਸਫਲ ਥਾਨ, ਗੁਰਸਿੱਖਾਂ ਦੀ ਬੁੱਧੀ ਰੂਪ ਧਰਤੀ ਵੀ ਸਿਮਰਨ ਭਜਨ ਕਰਕੇ ਸ਼ੋਭਨੀਕ ਹੋ ਰਹੀ ਹੈ ਅਤੇ ਅੰਤਿਕਰਨ ਥਾਂ ਵੀ ਸਫਲ ਹੋਇਆ ਹੈ। ਧਰਤ ਸੁਹਾਵੀ ਸਫਲ ਥਾਨ, ਆ ਜਿਹੜੀ ਸਾਧ ਸੰਗਤ ਰੂਪੀ ਧਰਤੀ ਹੈ ਇਹ ਸ਼ੋਭਨੀਕ ਹੋਈ ਹੈ ਤੇ ਸਰੂਪ ਰੂਪੀ ਅਸਥਾਨ ਵੀ ਸਫਲ ਹੋਇਆ ਹੈ। ਪੂਰਨ ਭਏ ਕਾਮ, ਆ ਜਿਹੜਾ ਸਰੀਰ ਅਸਥਾਨ ਹੈ ਇਹ ਵੀ ਸਫਲ ਹੋਇਆ, ਸਾਰੇ ਕੰਮ ਵੀ ਪੂਰੇ ਹੋਏ ਹਨ। ਜਾਂ ਸਭ ਕਾਮਨਾਵਾਂ ਧਰਮ ਅਰਥ ਕਾਮ ਮੋਖ
ਇਹ ਵੀ ਪੂਰਨ ਹੋਏ ਹਨ। ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰਖੀ ਰਾਮ। ਓ ਨਾਠਾ ਭ੍ਰਮ ਮਿਟ ਗਿਆ। ਉਹਨਾਂ ਗੁਰਮੁਖਾਂ ਦਾ ਡਰ ਵੀ ਨਾਠਾ ਭੱਜ ਗਿਆ ਅਤੇ ਭਰਮ ਵੀ ਉਹ ਵੀ ਮਿਟ ਗਿਆ, ਨਿਵਰਤ ਹੋ ਗਿਆ ਹੈ। ਰਵਿਆ ਨਿਤ ਰਾਮ। ਕਿਉਂਕਿ ਉਹਨਾਂ ਨੇ ਨਿਤਾ ਪ੍ਰਤੀ ਪਰਮਾਤਮਾ ਦੇ ਨਾਮ ਨੂੰ ਜੋ ਉਚਾਰਿਆ ਹੈ। ਸਾਧ ਜਨਾ ਕੈ ਸੰਗ ਬਸਤ। ਸ੍ਰੇਸ਼ਟ ਮਹਾਤਮਾ ਜਨਾਂ ਦੇ ਨਾਲ ਵਸਣ ਕਰਕੇ ਸਹਿਜ ਵਿਸਰਾਮ। ਭਾਵ ਉਹਨਾਂ ਦੀ ਸੰਗਤ 'ਚ ਮਿਲ ਕੇ ਅਚੁੱਤ ਸੁਖ ਵਿੱਚ ਸਥਿਤੀ ਪਾਉਣਾ ਕੀਤੀ ਹੈ। ਸਾਈ ਘੜੀ ਸੁਲੱਖਣੀ। ਇਹ ਭਾਈ ਉਹੀ ਘੜੀ ਸ੍ਰੇਸ਼ਟ ਲਕਸ਼ਣਾਂ ਵਾਲੀ ਭਾਵ ਚੰਗੀ ਹੈ। ਸਿਮਰਤ ਹਰ ਨਾਮ। ਜੋ ਹਰੀ ਪਰਮਾਤਮਾ ਦਾ ਨਾਮ ਸਿਮਰਦਿਆਂ ਬਤੀਤ ਹੁੰਦੀ ਹੈ ਸੋ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ। ਜਿਸ ਘੜੀ ਸੱਚੇ ਵਾਹਿਗੁਰੂ ਨਾਲ ਪਿਆਰ ਲੱਗ ਗਿਆ ਉਹ ਘੜੀ ਉਹ ਮੂਰਤ ਸੋ ਸਫਲਾ ਹੈ। ਘੜੀ ਜੋ 24 ਮਿੰਟਾਂ ਦੀ ਹੁੰਦੀ ਹੈ ਤੇ 7.5 ਘੜੀਆਂ ਦਾ ਇੱਕ ਪੈਰ ਮੰਨਿਆ ਹੈ। ਮਹਾਰਾਜ ਕਹਿੰਦੇ ਉਹ ਸਮਾਂ ਜਿਹੜਾ ਹੈ ਉਹ ਸ੍ਰੇਸ਼ਟ ਲਕਸ਼ਣਾਂ ਵਾਲਾ ਸੋਹਣਾ ਹੈ। ਜਦ ਕਿ ਸਾਨੂੰ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ ਹੈ, ਭਾਵੇਂ ਉਹ ਅੰਮ੍ਰਿਤ ਵੇਲਾ ਹੈ, ਭਾਵੇਂ ਉਹ ਦੁਪਹਿਰ ਦਾ ਵੇਲਾ ਹੈ, ਭਾਵੇਂ ਉਹ ਸ਼ਾਮ ਦਾ ਵੇਲਾ, ਉਹੀ ਸਫਲ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਕਈ ਵਾਰ ਆਪਾਂ ਸੋਚਦੇ ਹਾਂ ਕਿ ਗੁਰੂ ਸਾਹਿਬ ਨੇ ਆਖਿਆ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਹੁਣ ਤਾਂ ਸੂਰਜ ਚੜ੍ਹ ਗਿਆ, ਪਰ ਸੂਰਜ ਸਾਨੂੰ ਇਹ ਨਹੀਂ ਕਹਿੰਦਾ ਵੀ ਜਪਜੀ ਸਾਹਿਬ ਨਾਮ ਪੜ੍ਹੋ। ਚਾਹੀਦਾ ਤਾਂ ਸੂਰਜ ਚੜ੍ਹੇ ਤੋਂ ਪਹਿਲਾਂ ਹੀ ਉੱਠ ਕੇ ਨਿਤਨੇਮ ਕਰਨਾ, ਪਰ ਜੇ ਹੁਣ ਚੜ੍ਹ ਗਿਆ ਤੇ ਫਿਰ ਹੁਣ ਆਪਾਂ ਕਰੀਏ ਵੀ ਕੀ? ਕੁਝ ਨਹੀਂ ਕਰ ਸਕਦੇ, ਪਰ ਪਾਠ ਤਾਂ ਨਹੀਂ ਨਾ ਛੱਡਣਾ ਚਾਹੀਦਾ। ਪ੍ਰਸ਼ਾਦਾ ਵੀ ਤਾਂ ਛਕੀਦਾ ਹੀ ਹੈ। ਕਈ ਵਾਰ ਟਾਈਮੋਂ ਬਟਾਈਮ ਵੀ ਖਾਈਦਾ, ਕਿਉਂਕਿ ਪੇਟ ਪੂਰਤੀ ਤਾਂ ਕਰਨੀ ਪਊਗੀ। ਜੇ ਹੁਣ ਟਾਈਮ ਲੰਘ ਗਿਆ ਤਾਂ ਪੇਟ ਨੂੰ ਤਾਂ ਝੋਂਕਾ ਦੇਣਾ ਪਊਗਾ ਹੀ। ਇਉਂ ਰੂਹ ਦੀ ਖੁਰਾਕ ਵਾਹਿਗੁਰੂ ਦੀ ਬਾਣੀ ਹੈ। ਜੇ ਕੋਈ ਮੈਨੂੰ ਪੁੱਛਦਾ ਤਾਂ ਮੈਂ ਇਹੀ ਬੇਨਤੀ ਕਰਦਾ ਵੀ 2 ਬਾਣੀਆਂ ਦਾ ਟਾਈਮ ਹੈ ਕੇਵਲ, ਇੱਕ ਰਹਿ ਰਸ ਦਾ ਤੇ ਕੀਰਤਨ ਸਵੇਲੇ ਦਾ। ਰਹਿ ਰਾਸ ਸੂਰਜ ਛਿਪਣ ਵਕਤ ਤੇ ਕੀਰਤਨ ਸਵੇਲਾ ਜਦ ਆਪਾਂ ਬੈੱਡ ਰੈਸਟ ਤੇ ਜਾਂਦੇ ਆ, ਭਾਵੇਂ ਕਿ ਉਹ ਰਾਤ ਦੇ 8 ਵਜੇ ਜਾਈਏ, ਭਾਵੇਂ 10 ਵਜੇ ਜਾਈਏ। ਕਈ ਨੌਕਰੀਆਂ ਵਾਲੇ ਸਾਰੀ ਰਾਤ ਆ ਜਿਹੜੇ ਸਿਕਿਉਰਿਟੀ ਗਾਰਡ ਨੇ ਜਾਗਦੇ ਰਹਿੰਦੇ ਨੇ, ਉਹਨਾਂ ਦਾ ਕੀਰਤਨ ਸਵੇਲਾ 6 ਵਜੇ ਹੀ ਆ ਜਦੋਂ ਉਹਨਾਂ ਸੌਣਾ। ਮਤਲਬ ਜਦੋਂ ਵੀ ਸੌਣਾ ਉਦੋਂ ਕਰ ਲਓ। ਤੇ ਬਾਕੀ ਇਹ ਵੀ ਚੰਗਾ ਹੈ, ਜੇ ਪਤਾ ਵੀ ਰਾਤ ਜਾਗਣਾ ਹੈ ਫਿਰ ਰਹਿ ਰਸ ਦੇ ਨਾਲ ਹੀ ਪੜ੍ਹ ਲਓ। ਉਂਝ ਸੌਣ ਵਕਤ ਦਾ ਸਮਾਂ ਹੈ। ਮੈਂ ਤਾਂ ਉਹ ਵੀ ਜੇ ਕਿਤੇ ਕੁਦਰਤੀ ਜ਼ਿਆਦਾ ਸਕੈਜੂਅਲ ਬਿਜ਼ੀ ਹੈ, ਰਹਿ ਰਸ ਕੀਰਤਨ ਸਵੇਲਾ ਰਹਿ ਵੀ ਗਿਆ ਤਾਂ ਦਿਨ ਚੜੇ ਵੀ ਕਰ ਲਈਦਾ। ਨਿਤਨੇਮ ਥੋੜ੍ਹਾ ਛੱਡਣਾ, ਨਿਤਨੇਮ ਤਾਂ ਪੂਰਾ ਕਰਨਾ ਹੀ ਪੈਣਾ ਹੈ। ਜਾਂ ਫਿਰ ਅਗਲੇ ਦਿਨ ਰਹਿ ਰਸ ਦੇ ਟਾਈਮ ਦੇ 2 ਰਹਿ ਰਸਾਂ ਦਾ ਪਾਠ ਕਰੋ। ਬਾਕੀ ਕਿਸੇ ਬਾਣੀ ਦਾ ਕੋਈ ਸਮਾਂ ਨਹੀਂ। ਜਦੋਂ ਤੁਸੀਂ ਰਿਲੈਕਸ ਹੋ, ਸੌਂ ਕੇ ਬਹਿ ਕੇ ਨਹਾ ਧੋ ਕੇ ਉਦੋਂ ਹੀ ਪੜ੍ਹ ਸਕਦੇ ਹੋ। ਤੇ ਇਸ ਲਈ ਇਹ ਅੰਮ੍ਰਿਤ ਵੇਲਾ ਤਾਂ ਆਖਿਆ ਹੈ ਕਿ ਉਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਸਾਨੂੰ ਕੋਈ ਕੰਮ ਯਾਦ ਨਹੀਂ ਹੁੰਦਾ। ਕੋਈ ਵੀ ਕਾਰੋਬਾਰ ਹੈ ਇਹ 8 ਵਜੇ ਤੋਂ ਬਾਅਦ, ਸਕੂਲ ਕਾਲਜ ਵੀ, ਨੌਕਰੀਆਂ ਪੇਸ਼ੇ ਵੀ, ਤੇ ਹੋਰ ਵੀ ਜਿਹੜੇ ਕਾਰੋਬਾਰ ਨੇ ਇਹ ਦਿਨ ਚੜ੍ਹੇ ਸ਼ੁਰੂ ਹੁੰਦੇ ਨੇ। ਇਸ ਲਈ ਜੇ ਇਹਦੇ ਤੋਂ ਪਹਿਲਾਂ ਨਿਤਨੇਮ ਹੋ ਜਾਏ ਤੇ ਉਹਦੇ 'ਚ ਮਨ ਦੀ ਇਕਾਗਰਤਾ ਵੱਧ ਬਣਦੀ ਹੈ। ਤੇ ਬਾਕੀ ਜਦੋਂ ਵੀ ਸੰਗਤ ਦੇ ਵਿੱਚ ਸਮਾਂ ਮਿਲੇ, ਜਦੋਂ ਵੀ ਮਹਾਰਾਜ ਦਾ ਨਾਮ ਮਿਲੇ, ਉਹੀ ਘੜੀ ਸੁਲੱਖਣੀ ਹੈ, ਸ੍ਰੇਸ਼ਟ ਲਕਸ਼ਣਾਂ ਵਾਲੀ ਹੈ।
ਮੁਸਲਮਾਨਾਂ ਨੂੰ ਮੈਂ ਵੇਖਿਆ ਕਿ ਜਦ ਉਹਨਾਂ ਦੀ ਨਮਾਜ਼ ਪੜ੍ਹਨ ਦਾ ਟਾਈਮ ਹੋ ਜਾਂਦਾ, ਇੱਕ ਵਾਰ ਬੱਸ ਵਿੱਚ ਬੈਠਿਆਂ ਬੱਸ ਸਟੈਂਡ 'ਤੇ ਉਹਨੂੰ ਦੇਖਿਆ, ਬੱਸ ਰੁਕੀ ਤੇ ਉਹ ਮੁਸਲਮਾਨ ਨੇ ਉੱਥੇ ਬੱਸ ਸਟੈਂਡ 'ਤੇ ਗੋਡੀਆਂ ਲਾ ਲਈਆਂ, ਆਪਣਾ ਮਸੱਲਾ ਜਿਹਾ ਥੱਲੇ ਕੱਪੜਾ ਵਿਛਾਇਆ, ਬੱਸ ਉਡੀਕ ਰਿਹਾ ਸੀ, ਨਮਾਜ਼ ਦਾ ਟਾਈਮ ਹੋ ਗਿਆ, ਅੱਖਾਂ ਬੰਦ ਕਰਕੇ ਉੱਥੇ ਹੀ ਲੱਗ ਪਿਆ। ਇੱਕ ਦੁਕਾਨਦਾਰ ਨੂੰ ਵੇਖਿਆ, ਉਹਨੇ ਉਸ ਵੇਲੇ ਸ਼ਟਰ ਸੁੱਟਤਾ ਤੇ ਦੁਕਾਨ ਦੇ ਅੱਗੇ ਦੁਕਾਨ ਬੰਦ ਕਰਕੇ ਗੋਡੀਆਂ ਮੁੱਧੀਆਂ ਮਾਰ ਲਈਆਂ। ਭਾਵੇਂ ਉਹ 5-7 ਮਿੰਟਾਂ ਦੀ ਹੁੰਦੀ, ਪਰ ਪੜ੍ਹਦੇ ਸਹੀ ਹਨ ਜ਼ਰੂਰ। ਆਹ ਸੁਹਾਣੀ ਮਸੀਤ ਹੈ। ਇੱਕ ਵਾਰ ਸਾਈਕਲ ਹੀ ਸਾਈਕਲ, ਸਾਰਾ ਹੀ ਬਾਜ਼ਾਰ, ਚੌਂਕ ਸੁਹਾਣਵੀਂ ਚੌਂਕ ਭਰ ਗਿਆ। ਮੈਂ ਕਿਹਾ ਇਹਨਾਂ ਨੂੰ ਕੀ ਹੋਇਆ? ਕਹਿੰਦੇ ਇੱਥੇ ਮਸੀਤ ਹੈ। ਜਿੰਨਾ ਮਰਜ਼ੀ ਉਹ ਕਾਰੋਬਾਰ ਦੇ ਵਿੱਚ ਰੁੱਝੇ ਹੋਣ, ਜਦੋਂ ਵੀਰਵਾਰ ਹੁੰਦਾ, ਪਤਾ ਨਹੀਂ ਸ਼ੁੱਕਰਵਾਰ ਦੀ ਸ਼ਾਮ ਨੂੰ, ਸ਼ੁੱਕਰਵਾਰ ਦੀ ਸ਼ਾਮ ਨੂੰ ਜਿਹਨੂੰ ਜੁੰਮੇ ਦੀ ਕਹਿੰਦੇ ਹਨ, ਤੇ ਉਹ ਕਿੱਥੋਂ ਕਿੱਥੋਂ ਪੁੱਜ ਕੇ ਆਉਂਦੇ ਹਨ। 21 ਸੈਕਟਰ, ਪਤਾ ਨਹੀਂ 20 ਸੈਕਟਰ, ਬਿਲਕੁਲ ਮੇਨ ਰੋਡ 'ਤੇ ਮਸੀਤ ਹੈ। ਉੱਥੇ ਵੀ ਸ਼ੁੱਕਰਵਾਰ ਸ਼ਾਮ ਨੂੰ ਇੰਨੀ ਭੀੜ ਹੁੰਦੀ ਕਿ ਜਿਵੇਂ ਕੋਈ ਮੇਲਾ ਲੱਗਾ ਹੋਏ। ਮਤਲਬ ਉਹ ਆਪਦੇ ਟਾਈਮ ਸਿਰ ਜ਼ਰੂਰੀ ਨਮਾਜ਼ ਪੜ੍ਹਦੇ ਹਨ। ਜਿੱਥੇ ਵੀ ਹੋਣ, ਜਿਸ ਅਵਸਥਾ 'ਚ ਮਰਜ਼ੀ ਹੋਣ, ਸਾਨੂੰ ਪਤਾ ਹੀ ਨਹੀਂ ਵੀ ਰਹਿਰਸ ਦਾ ਟਾਈਮ ਹੋ ਗਿਆ ਜਾਂ ਜਪਜੀ ਸਾਹਿਬ ਪੜ੍ਹਨਾ। ਮੁਸਲਮਾਨਾਂ ਨੂੰ ਮੈਂ ਆਪਦੇ ਨਿਯਮ ਦੇ ਪੱਕੇ ਵੇਖਿਆ। ਫਰੀਦ ਸਾਹਿਬ ਕਹਿੰਦੇ ਉੱਠ ਫਰੀਦਾ ਉਜੂ ਸਾਜ। ਫਰੀਦ ਕਹਿੰਦਾ ਵੀ ਜੇ ਤੂੰ ਮੁਸਲਮਾਨ ਹੈ ਤਾਂ ਉੱਠ ਕੇ ਉਜੂ ਕਰ। ਉਜੂ ਆਪਾਂ 5 ਇਸ਼ਨਾਨਾਂ ਕਹਿੰਦੇ ਆ, ਭਾਵ ਇਸ਼ਨਾਨ ਦਾ ਲਾਜ਼ਮੀ ਹੈ। ਪਰ ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ, ਕਈ ਵਾਰ ਰਸਤੇ ਆਉਂਦਿਆਂ ਜਾਂਦਿਆਂ ਢਲਿਆਈ ਹੋ ਜਾਂਦੀ, ਸੁਦੇ ਸਿੱਧ ਵੀ ਆਏ ਤੇ 5 ਇਸ਼ਨਾਨਾਂ ਜ਼ਰੂਰੀ ਨੇ। ਅਰਕਾਂ ਤੱਕ ਬਾਹਾਂ, ਗੋਡਿਆਂ ਤੱਕ ਲੱਤਾਂ, ਮੂੰਹ ਹੱਥ ਆਦਿਕ ਧੋ ਕੇ ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ। ਜੇ ਤੂੰ ਮੁਸਲਮਾਨ ਹੈ ਤੇ ਮਸੀਤੇ ਜਾ ਕੇ ਨਮਾਜ਼ ਪੜ੍ਹ। ਤੇ ਹੁਣ ਆਪਾਂ ਤਾਂ ਸਿੱਖ ਹਾਂ, ਸਾਨੂੰ ਗੁਰਦੁਆਰੇ ਆਉਣਾ ਚਾਹੀਦਾ। ਅੰਮ੍ਰਿਤਸਰ ਦੇ ਦੁਕਾਨਦਾਰ ਦਿਨੇ ਆਪਣੇ ਦੁਕਾਨਾਂ ਦੀ ਜੋ ਮਰਜ਼ੀ ਝੂਠ ਸੱਚ ਬੋਲਦੇ, ਪਰ ਉਹ ਸਵਈਏ ਗੁਰੂ ਰਾਮਦਾਸ ਦੀ ਚਰਨਾਂ ਜ਼ਰੂਰ ਪੜ੍ਹਦੇ ਨੇ, ਮੱਥਾ ਜ਼ਰੂਰ ਟੇਕ ਕੇ ਜਾਂਦੇ ਹਨ, ਦੀਵਾਲੀ ਵਿਸਾਖੀ ਇਸ਼ਨਾਨ ਜ਼ਰੂਰ ਕਰਦੇ ਨੇ। ਤੇ ਇਸ ਵਾਸਤੇ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਜਿਹੜਾ ਸਾਈਂ ਦੇ ਦਰਵਾਜ਼ੇ ਦੇ ਉੱਪਰ ਸਿਰ ਨਹੀਂ ਨਿਆਉਂਦਾ, ਉਹਨੂੰ ਕਹਿੰਦੇ ਕੱਪ ਕੇ ਕੱਟ ਕੇ ਉਤਾਰ ਦਿਓ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਤੀਜੇ ਪਾਤਸ਼ਾਹ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ। ਤੋ ਇਸ ਵਾਸਤੇ ਨਿਤਨੇਮ ਦਾ ਭਾਵ ਹੈ ਜਿਹੜਾ ਡੇਲੀ ਕੀਤਾ ਜਾਏ। ਪ੍ਰਸ਼ਾਦਾ ਜਿਵੇਂ ਆਪਾਂ ਡੇਲੀ ਛਕਦੇ ਹਾਂ, ਬਲਕਿ 2-2 3-3 ਟਾਈਮ ਛਕਦੇ ਹਾਂ, ਇਸ ਤਰ੍ਹਾਂ ਨਿਤਨੇਮ ਵੀ ਅਤੀ ਜ਼ਰੂਰੀ ਹੈ। ਇਹਦੇ ਤੋਂ ਇਲਾਵਾ 24 ਘੰਟੇ, ਇਹਦਾ 10ਵਾਂ ਹਿੱਸਾ 2.5 ਘੰਟੇ ਮੂਲ ਮੰਤਰ ਜਾਂ ਗੁਰਮੰਤਰ ਦਾ ਸਿਮਰਨ ਜਾਂ ਕੁਛ ਵੀ ਸੇਵਾ ਗੁਰਬਾਣੀ ਦਾ ਪਾਠ ਕਰਨਾ। ਇਹ ਹਰੇਕ ਗੁਰਸਿੱਖ ਮਾਈ ਭਾਈ ਦਾ ਫਰਜ਼ ਹੈ। ਪਾਤਸ਼ਾਹ ਜੀ ਕਥਨ ਕਰਦੇ ਨੇ, ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ, ਧੰਨ ਸੋ ਦਿਨ ਸੰਜੋਗੜਾ, ਜਿਤ ਡਿਠਾ ਗੁਰਦਰਸਾਰ। ਉਹ ਵੇਲਾ, ਉਹ ਘੜੀ, ਉਹ ਮੂਰਤ, 2 ਘੜੀਆਂ ਦਾ ਸਮਾਂ ਧਨ ਦਾ ਦੇ ਯੋਗ ਹੈ, ਜਦ ਕਿ ਗੁਰੂ ਜੀ ਮਹਾਰਾਜ ਦੇ ਦਰਸ਼ਨ ਹੋਣ, ਸੱਚੇ ਪਾਤਸ਼ਾਹ ਦਾ ਨਾਮ ਸੁਣਨ ਨੂੰ ਮਿਲੇ। ਰਹਾਉ ਬੋਲਿਆ ਨੇ, ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਪ੍ਰਗਟ ਭਏ ਸੰਸਾਰ ਮਹਿ। ਜੋ ਵਾਹਿਗੁਰੂ ਜੀ ਦਾ ਨਾਮ ਸਿਮਰਨ ਵਾਲੇ ਹਨ, ਫਿਰਤੇ ਪਹਿਨਾਮ। ਪਹਿਲਾਂ ਲੁਕੇ ਫਿਰਦੇ ਸਨ, ਕਿਸੇ ਨੂੰ ਪਤਾ ਹੀ ਨਹੀਂ ਸੀ, ਪਰ ਜਦੋਂ ਪ੍ਰਮਾਤਮਾ ਦਾ ਨਾਮ ਜਪ ਲੈਂਦੇ ਨੇ,
ਵਾਹਿਗੁਰੂ ਦੀ ਕਿਰਪਾ ਸਦਕਾ ਸਾਰੇ ਸੰਸਾਰ ਜਗਤ ਵਿੱਚ ਪ੍ਰਗਟ ਪ੍ਰਤੱਖ ਮਸ਼ਹੂਰ ਹੋ ਜਾਂਦੇ ਨੇ, ਉਹਨਾਂ ਨੂੰ ਪ੍ਰਸਿੱਧੀ ਦੀ ਪ੍ਰਾਪਤੀ ਹੁੰਦੀ ਹੈ। ਜੋ ਕਬੀਰ ਸਾਹਿਬ ਜੀ ਹੋਏ ਨੇ, ਨਾਮਦੇਵ ਜੀ ਹੋਏ ਨੇ, ਹੋਏ ਤਾਂ ਨੀਵੀਂ ਜਾਤ ਵਿੱਚ, ਪਰ ਇਹ ਪ੍ਰਸਿੱਧ ਕਿਵੇਂ ਹੋ ਗਏ? ਕਿਉਂਕਿ ਉਹਨਾਂ ਨਾਮ ਜਪਿਆ। ਹਰ ਕੇ ਨਾਮ ਕਬੀਰ ਉਜਾਗਰ। ਵਾਹਿਗੁਰੂ ਹਰੀ ਅਕਾਲ ਪੁਰਖ ਦਾ ਨਾਮ ਜਪਣ ਦੇ ਨਾਲ ਕਬੀਰ ਸਾਹਿਬ ਪ੍ਰਗਟ ਹੋ ਗਏ। ਜਨਮ ਜਨਮ ਕੇ ਕਾਟੇ ਕਾਗਰ। ਜਨਮਾਂ ਜਨਮਾਤਰਾਂ ਦੀ ਉਹਨਾਂ ਦੇ ਆਪ ਦੇ ਪਾਪ ਤਾਂ ਕੱਟੇ ਜਾਣੇ ਹੀ ਸਨ। ਜਿਨ੍ਹਾਂ ਦੀ ਕਿਰਪਾ ਕੀਤੀ ਉਹਨਾਂ ਦੇ ਵੀ ਕੱਟੇ ਗਏ। ਨਿਮਤ ਨਾਮਦੇਵ ਦੂਧ ਪੀ ਆਇਆ। ਭਗਤ ਨਾਮਦੇਵ ਨੇ ਇੱਕ ਰੱਬ ਜੀ ਨੂੰ ਦੁੱਧ ਹੀ ਪਿਆਇਆ, ਸੇਵਾ ਕੀਤੀ। ਮੂਰਤੀ ਦੇ ਅੱਗੇ ਦੁੱਧ ਰੱਖ ਕੇ ਲਟਕੜੀਆਂ ਕੱਢਣ ਲੱਗ ਪਏ ਕਿ ਰੱਬ ਜੀ, ਹੇ ਭਗਵਾਨ ਜੀ, ਮੇਰੇ ਨਾਨੇ ਕੋਲੋਂ ਤਾਂ ਤੁਸੀਂ ਡੇਲੀ ਦੁੱਧ ਪੀਂਦੇ ਸੀ। दूध पियो गोबिंद राय, दूध पियो मेरो मन पति आए, नाही ता घर को बाप रिसाए। कम किते प्यो चलिया, नामदेव नूं आख सिधाया। पंजाबी बच्चे खास करके नानकियां घर पलदे ने, लिखिया तां प्यो है, पर मां दा प्यो भी प्यो ही हुंदा ते पिता दा पिता भी प्यो ही कहीदा सी। नाना ਉਹਨੇ ਆਖਿਆ ਵੀ ਨਾਮਦੇਵ, ਮੈਂ ਕਿਤੇ ਕੰਮ ਚੱਲਿਆ ਤੇ ਤੂੰ ਦੁੱਧ ਛਕਾਈ ਭਗਵਾਨ ਨੂੰ। ਕਹਿੰਦੇ ਮੇਰੇ ਨਾਨੇ ਕੋਲੋਂ ਤਾਂ ਤੁਸੀਂ ਡੇਲੀ ਪੀਂਦੇ ਸੀ, ਮੇਰੇ ਤੋਂ ਕਿਉਂ ਗੁੱਸੇ ਹੋ ਗਏ? ਜੇ ਤੁਸੀਂ ਦੁੱਧ ਨਾ ਪੀਤਾ, ਨਾਨੇ ਨੇ ਮੈਨੂੰ ਆ ਕੇ ਪੁੱਛਣਾ, ਉਹਨੇ ਝੜਕਾਂ ਦੇਣੀਆਂ, ਤੂੰ ਭਗਵਾਨ ਨੂੰ ਦੁੱਧ ਕਿਉਂ ਨਹੀਂ ਪਿਲਾਇਆ? ਕਬਲ ਗਾਏ ਨਾਮੇ ਦੋਹਿਆਨੀ। ਮੈਂ ਕਬਲਾ ਗਾਂ ਚੋ ਕੇ ਲਿਆਂਦੀ ਹੈ ਤੇ ਕਿਰਪਾ ਕਰੋ, ਮੈਨੂੰ ਗਰੀਬ ਨੂੰ ਕਿਉਂ ਤਰਸਾਉਂਦੇ ਹੋ? ਮੈਨੂੰ ਵੀ ਭੁੱਖ ਲੱਗੀ ਹੈ, ਤੁਸੀਂ ਦੁੱਧ ਪੀਓਗੇ ਤੇ ਤਾਂ ਹੀ ਮੈਂ ਕੁਛ ਆਪ ਛਕਾਂਗਾ। ਭਗਵਾਨ ਨੇ ਪ੍ਰਤੱਖ ਹੋਏ। ਸਾਧ ਸੰਗਤ ਜੀ ਉਹ ਦੁੱਧ ਛਕਿਆ ਤੇ ਫਿਰ ਮਹਾਰਾਜ ਦਾ ਹੱਥ ਫੜ ਲਿਆ। ਕਹਿੰਦੇ ਵੀ ਨਾਨਾ ਤਾਂ ਮੇਰਾ ਸੀਤ ਪ੍ਰਸ਼ਾਦ ਛਕਦਾ ਹੁੰਦਾ ਸੀ, ਮੈਂ ਕਦੋਂ ਦਾ ਭੁੱਖਾ ਬੈਠਾ ਤਰਲੇ ਮਾਰ ਰਿਹਾ, ਮੈਨੂੰ ਸੁਲਾਈ ਨਹੀਂ ਮਾਰੀ, ਮੈਨੂੰ ਵੀ ਦਿਓ ਆਪਦਾ ਸੀਤ ਪ੍ਰਸ਼ਾਦ। ਕਹਿੰਦੇ ਲੈ ਬਈ। ਆਪਦੇ ਮੂੰਹ ਤੋਂ ਲਾ ਕੇ ਫਿਰ ਨਾਮਦੇਵ ਨੂੰ ਛਕਾਇਆ। ਉਹ ਤੇ ਇੰਨੀ ਕਿਰਪਾ ਹੋ ਗਈ। ਵੇਖੋ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਇਉਂ ਪਹਿਲੇ ਦਿਨ ਅੱਜ ਨਾਮੇ ਹਰ ਕਾ ਦਰਸ਼ਨ ਭਇਆ। ਭਗਤ ਨਾਮਦੇਵ ਜੀ ਨੂੰ ਹਰੀ ਵਾਹਿਗੁਰੂ ਭਗਵਾਨ ਜੀ ਦਾ ਦਰਸ਼ਨ ਹੋਇਆ। ਇਹ ਮਹਾਰਾਜ ਦੇ ਨਾਮ ਤੇ ਸ਼ਰਧਾ ਹੋਣ ਕਰਕੇ, ਨਾਮ ਜਪਣ ਕਰਕੇ ਇਹ ਕਿਰਪਾ ਹੋਈ ਤਾਂ ਭਗਤ ਜੀ ਪ੍ਰਸਿੱਧ ਹੋ ਗਏ। ਮਹੱਲਾ ਪੰਜਵਾ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਆੜ ਦਾਮ ਗੋਸ਼ੀਪੁਰੋ ਹੋਇਓ ਲਾਖੀਣਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰੋ ਭਇਓ ਗੁਣੀ ਗਹੀਰਾ। ਰਵਿਦਾਸ ਕਵੰਦਾ ਠੋਰਨੀ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹ ਵਿਦ ਸੁਣ ਗਏ ਜੱਟ ਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੋਸਾਈਆਂ ਤੰਨਾ ਵਡ ਭਾਗਾ। ਭਗਤ ਧੰਨਾ ਵੱਡੇ ਭਾਗਾਂ ਵਾਲਾ ਹੋਇਆ ਜਿਹਨੂੰ ਗੋਸਾਈ ਵਾਹਿਗੁਰੂ ਅਕਾਲ ਪੁਰਖ ਪ੍ਰਤੱਖ ਮਿਲਿਆ ਹੈ। ਇਹ ਸਭ ਪ੍ਰਭੂ ਦੇ ਨਾਮ ਦੀ ਕਿਰਪਾ ਹੋਈ ਹੈ। ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਨੇ ਪੁੱਛਿਆ, ਕਹਿੰਦੇ ਕੋਈ ਦੱਸ ਸਕਦਾ ਹੈ ਕਿ ਕਬੀਰ ਜੀ ਦੇ ਵੇਲੇ ਕਿਸ ਬਾਦਸ਼ਾਹ ਦੀ ਸਲਤਨਤ ਸੀ? ਸਾਰੇ ਚੁੱਪ, ਕਿਸੇ ਨੂੰ ਕੋਈ ਜਵਾਬ ਨਾ ਆਇਆ। ਹੁਣ ਪਤਾ ਹੀ ਨਹੀਂ ਵੀ ਕਿਹੜਾ ਬਾਦਸ਼ਾਹ ਸੀਗਾ।
ਕਹਿੰਦੇ ਚਲੋ ਦੱਸੋ ਨਾਮਦੇਵ ਦੇ ਵੇਲੇ ਕਿਹੜੇ ਬਾਦਸ਼ਾਹ ਦੀ ਸਲਤਨਤ ਸੀਗੀ? ਸਾਰੇ ਚੁੱਪ। ਚਲੋ ਇਹੀ ਦੱਸ ਦਿਓ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਕਿਹੜਾ ਬਾਦਸ਼ਾਹ ਸੀਗਾ? ਕੋਈ ਹਿਸਟਰੀ ਪੜ੍ਹਨ ਵਾਲਾ, ਇਤਿਹਾਸ ਪੜ੍ਹਨ ਵਾਲਾ, ਸੁਣਨ ਵਾਲਾ ਹੀ ਇਸ ਗੱਲ ਦਾ ਜਵਾਬ ਦੇ ਸਕਦਾ। ਪਰ ਨਿੱਕੇ ਜਿਹੇ ਨਿਆਣੇ ਨੂੰ ਪੁੱਛ ਲਓ ਕਬੀਰ ਜੀ ਕੌਣ ਸੀਗਾ? ਸਾਰੇ ਕਹਿਣਗੇ ਭਗਤ ਸੀ। ਨਾਮਦੇਵ ਜੀ ਉਹ ਭਗਤ ਸਨ। ਸੱਚਖੰਡ ਹਜੂਰ ਸਾਹਿਬ ਜਾਂਦਿਆਂ ਔਂਡਾਪੁਰ, ਜਿੱਥੇ शिव जी भगवान का मंदिर है, फिर दिया देहुरा नामे को पंडियन को पिछवारला। हजूर साहब तो 60 किलोमीटर दूर है। हजूर साहब आउण तो पहला ही पासे नूं औंडापुर नूं सड़क मुड़दी है। जब मैं उत्थे दर्शन करन गया ते एक तो मंदिर है शिव जी का, ते मंदिर के बाहर बार पालकी साहब बनी हुई है भगत नामदेव जी की याद विच। वो निके निके नियाणे उत्थों दे साडे दुआले हो गए, छोटे छोटे बच्चे जिहड़े उत्थे गरीब टबका झुग्गियां चौंपड़ियां च उत्थे रहिंदे ने। वो इलाका काफ़ी गरीब है। 4-5 बच्चे आके कहंदे तुहानूं साखी सुनाईए? आप आख्या जी हाँ दसो। उन्हें भगत नामदेव जी की पूरी साखी सुनाई। कहते ये वो जगह है। भगत नामदेव जी नूं जद पंडितां ने धक्के मार के बाहर कढ़ दिता, वो कहते इत्थे आके बैठ के रोन लग पे ते वाहिगुरू जी नूं लामा देन लगे। तो फिर परमात्मा ने मोढा ला के मंदिर का दरवाजा घुमा के नामदेव वाल करता। ये वो जगह है। उस मंदिर दियां नीहां नहीं हन जिस तरह किसी ने उपरों दी घुमाया होवे। उल्टे पासे दरवाजा, हिंदुआं दे मंदिर दे जिहड़े दरवाजे ने वो दक्षिण वाले पासे हुंदे ने। दक्षिण देश हरी का बासा, वो भगवान नूं दक्षिण वाले पासे मनदे ने। ते जिहड़े मुसलमानां दी मसीतां दे दरवाजे हुंदे ने वो पच्छम अल्लाह मुकामा पच्छों वाले पासे, सऊदी अरब पच्छम वाले पासे है। साडे गुरुद्वारे दे तां 4 सवेरे ही ने, खुले भावें एक ही है। हन 4 सवेरे दरवाजे। खतरी ब्राह्मण सूद वैस उपदेश 4 वर्णा को सांझा। तो इंज जिन्हां नूं कोई भी नहीं जानदा वो महाराज का नाम जप के सारे मशहूर हो गए, प्रगट हो गए। 8 पहर जन हर हर जपै, हर का भगत प्रगट नहीं छपै। थोड़ा होना कर लो। जिहड़ा हरि का नाम जपदा है, हरि का भगत है, 8 पैर नाम जपण वाला, वो लुकिया छिपिया नहीं रहिंदा, सारे संसार जगत विच प्रगट हो जाता है। पहनाम जिहड़े पहला लुके फिरदे सी, कुछ भी किसी नूं पता नहीं सी, वो गुरु घर आके महाराज की बाणी पढ़ के नाम जप के सेवा करके प्रगट हो गए ते मशहूर हो गए, प्रसिद्ध हो गए। गुरुद्वारा साहिब दे जो प्रधान सेवादार हुंदे ने, मुख सेवादार, इन्हां दी इन्नी पावर हुंदी है। जिस तक मैं परत्याया किसी भी कंट्री च चले जाओ, राष्ट्रपति के बराबर की पावर है। कोई भी गल सिखां बारे तस्दीक कराउणी होवे ते वो गुरुद्वारे फोन करके प्रधान नाल गल करदे ने। किसी की सिफारिश होवे पूरी मन्नी जाती है। कारण की है भी महाराज का नाम चलदा। श्री गुरु नानक देव पातशाह का गुरपुरब तां साध संगत जी अमेरिका दे वो वाइट हाउस दे विच भी मनाया जाता। दिल्ली वाले भी सारे ही महाराज नूं मनदे ने। तो इस वास्ते जिहड़ा गुरु साहिब का सेवादार है ਉਹਦੀ भी 4 सवेरे जय जयकार है। पातशाह जी फरमाउंदे ने वो सारे जगत विच संसार विच प्रगट हो जाते हैं। नानक तिस शरणागति। सतगुरु पातशाह फरमाउंदे कि हे भाई असीं उस परमात्मा दी
ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਘਟ ਘਟ ਸਭ ਜਾਨ, ਜੋ ਸਾਰੇ ਘਟਾਂ ਘਟਾਂ ਦੇ ਅੰਦਰ ਦੀ ਜਾਣਨ ਵਾਲਾ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨੰਦ, ਸਭਨਾਂ ਦੇ ਦਿਲ ਦੀ ਜਾਣਨ ਵਾਲਾ ਅੰਤਰਜਾਮੀ ਪਾਤਸ਼ਾਹ ਹੈ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਰੋਗ ਮਿਟਾਇਆ ਆਪ ਪ੍ਰਭ, ਇਹ ਭਾਈ ਪਰਮਾਤਮਾ ਨੇ ਆਪ ਬਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਸੀਤਲਾ ਆਦਿਕ ਦਾ ਰੋਗ ਮੇਟ ਦਿੱਤਾ ਹੈ। ਇਸੇ ਪ੍ਰਕਾਰ ਰੋਗ ਮਿਟਾਇਆ ਆਪ ਪ੍ਰਭ, ਗੁਰ ਸਿੱਖਾਂ ਦੇ ਅੰਦਰੋਂ ਅਗਿਆਨ ਆਦਿਕ ਦਾ ਰੋਗ ਨਿਵਰਤ ਕਰ ਦਿੱਤਾ ਹੈ। ਉਪਜਿਆ ਸੁਖ ਸ਼ਾਂਤ, ਹਰ ਸ਼ਾਂਤੀ ਦੇਣ ਵਾਲਾ ਆਤਮਿਕ ਸੁਖ ਪੈਦਾ ਹੋਇਆ ਹੈ। ਵੱਡ ਪ੍ਰਤਾਪ ਅਚਜ ਰੂਪ, ਵੱਡੇ ਤੇਜ ਪ੍ਰਭਾਵ ਵਾਲੇ ਅਤੇ ਅਚਰਜ ਵਿਸਮਾਦ ਰੂਪ, ਕੀਨੀ ਦਾਤ, ਹਰੀ ਪ੍ਰਮਾਤਮਾ ਨੇ ਇਹ ਬਖਸ਼ਿਸ਼ ਦੇਣਾ ਕੀਤੀ ਹੈ। ਗੁਰੂ ਗੋਬਿੰਦ ਕਿਰਪਾ ਕਰੀ, ਪਰਮਾਤਮਾ ਸਰੂਪ ਵੱਡੇ ਗੁਰਾਂ ਨੇ ਜਾਂ ਗੁਰੂ ਅਤੇ ਪਰਮਾਤਮਾ ਨੇ ਮਿਹਰ ਕੀਤੀ ਹੈ। ਆਖਿਆ ਮੇਰਾ ਭਾਈ, ਮੇਰਾ ਭਾਵਨੇ ਵਾਲਾ ਪਿਆਰਾ ਬਾਲ ਗੁਰੂ ਹਰਗੋਬਿੰਦ ਸਾਹਿਬ ਬਚਾ ਕੇ ਰੱਖ ਲਿਆ ਹੈ। ਜਾਂ ਮੇਰੇ ਭਾਈ ਪਾਕ ਗੁਰਸਿੱਖਾਂ ਨੂੰ ਵਿਕਾਰਾਂ ਆਦਿਕ ਤੋਂ ਬਚਾ ਕੇ ਰੱਖ ਲੈਣਾ ਕੀਤਾ ਹੈ। ਹਮ ਤਿਸ ਕੀ ਸਰਨਾਗਤੀ, ਅਸੀਂ ਤਿਸ ਪਰਮਾਤਮਾ ਦੀ ਸ਼ਰਨ ਵਿੱਚ ਪ੍ਰਾਪਤ ਹੋਏ ਹਾਂ। ਜੋ ਸਦਾ ਸਹਾਈ, ਜੋ ਹਮੇਸ਼ਾ ਹੀ ਸਹਾਇਤਾ ਕਰਨੇ ਵਾਲਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਬਿਰਥੀ ਕਦੇ ਨਾ ਹੋਵਈ, ਇਹ ਭਾਈ ਕਦੇ ਵੀ ਵਿਅਰਥ ਨਹੀਂ ਹੁੰਦੀ। ਜਨ ਕੀ ਅਰਦਾਸ, ਜੋ ਪਰਮਾਤਮਾ ਦੇ ਸੇਵਕਾਂ ਦੀ ਅਰਦਾਸ ਬੇਨਤੀ ਹੈ, ਇਹ ਕਦੇ ਵੀ ਵਿਅਰਥ ਫਜ਼ੂਲ ਨਹੀਂ ਜਾਂਦੀ। ਨਾਨਕ ਜੋਰ ਗੋਵਿੰਦ ਕਾ, ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਗੋਬਿੰਦ ਪ੍ਰਭੂ ਦਾ ਗੁਰਮੁਖਾਂ ਦੇ ਵਿੱਚ ਵਿਵੇਕ ਰੂਪੀ ਬਲ ਹੈ। ਇਹ ਨਹੀਂ ਵੀ ਉਹ ਭਲਵਾਨਾਂ ਦੀ ਤਰ੍ਹਾਂ ਸਰੀਰਕ ਬਲ ਨਹੀਂ, ਉੱਥੇ ਤੇ ਆਤਮਾ ਦਾ ਬਲ ਚੱਲਦਾ ਹੈ। ਵਾਹਿਗੁਰੂ ਦੇ ਵਿਵੇਕ ਦਾ ਬਲ ਉਹਨਾਂ ਦੇ ਵਿੱਚ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਮਸੁਦਾ ਕੋ ਖੁਦ ਕੋ ਚੰਦਨ ਲੇਪ, ਪੂਰਨ ਗੁਣ ਤਾਸ। ਸਤਿਗੁਰੂ ਜੀ ਫਰਮਾਉਂਦੇ ਕਿ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਸ਼ੁਭ ਗੁਣਾਂ ਦੇ ਖਜ਼ਾਨੇ ਵਿਆਪਕ ਪਰਮਾਤਮਾ ਦਾ ਵਿਵੇਕ ਰੂਪੀ ਬਲ ਹੈ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਬਿਲਾਵਲ ਰਾਗ ਵਿੱਚ ਕਿਰਪਾ ਬਖਸ਼ਿਸ਼ ਰਹਿਮਤਾਂ ਵਰਤਾ ਰਹੇ ਨੇ। ਮਰ ਮਰ ਜਨਮੇ ਜਿਨ ਵਿਸਰਿਆ, ਇੱਕ ਵਾਰ ਉੱਚੀ ਬੋਲ ਕੇ ਮੇਰੇ ਕੰਨਾਂ ਵਿੱਚ ਆਵਾਜ਼ ਪਾਓ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਹੇ ਭਾਈ, ਹੇ ਗੁਰਮੁਖੋ, ਉਹ ਮਨੁੱਖ ਮੌਤ ਦੇ ਮਾਰੇ ਮਰਦੇ ਤੇ ਵਾਸ਼ਨਾ ਦੇ ਬੱਧੇ ਹੋਏ ਜੰਮਦੇ ਰਹਿੰਦੇ ਨੇ, ਜਿਨ੍ਹਾਂ ਨੂੰ ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਉਹ ਭੁੱਲਿਆ ਹੈ। ਜੀਵਨ ਕਾ ਦਾਤਾ, ਜਿਹੜਾ ਸਭ ਜੀਵਾਂ ਦਾ ਦਾਤਾ ਵਾਹਿਗੁਰੂ ਜਿਹਨੂੰ ਭੁੱਲਿਆ ਹੋਇਆ ਹੈ, ਉਹ ਸਮਝ ਲਓ ਵੀ ਮਰਿਆ ਹੀ ਹੈ, ਜਿਉਂਦਿਆਂ ਦੀ ਗਿਣਤੀ 'ਚ ਨਹੀਂ ਹੈ। ਉਹ ਮੁਰਦਾ ਲਾਸ਼ ਤੁਰੀ ਫਿਰਦੀ ਹੈ। ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਜਿਹਨੂੰ ਰਾਮ ਭੁੱਲਿਆ ਉਹ ਮਾਰੀ ਕਿਉਂ ਨਹੀਂ ਜਾਂਦੇ? ਕਿਉਂ ਧਰਤੀ ਦੇ ਭਾਰ ਬਣੇ ਹੋਏ ਹਨ? ਨਾਮ ਬਿਹੂਰ ਜੀਵਨ ਕੌਣ ਕਾਮ, ਕਿਸ ਕੰਮ ਹੈ ਦੱਸੋ ਵਾਹਿਗੁਰੂ ਦੇ ਨਾਮ ਤੋਂ ਬਗੈਰ ਜਿਹੜੀ ਜ਼ਿੰਦਗੀ ਹੈ? ਕਹਿੰਦੇ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ, ਸਾਖਤ ਕਿਰਤ ਕਣ ਧਰਤੀ ਦੇ ਭਾਰ ਬਣੇ ਹੋਏ ਨੇ, ਮੰਦੇ ਤੋਂ ਮੰਦੇ ਨੇ। ਅੰਨ ਦੇਵਤਾ, ਹਿੰਦੂਆਂ ਨੇ ਅੰਨ ਵੀ ਦੇਵਤਾ ਮੰਨਿਆ,
पानी देवता, बैसंतर देवता, जे तू भोजन बनदा ते लूण। पंजवां पाया किरत नामे देसी घ्यो दा, तां हुआ पाक पवित। पापी स्यों तन गड्डिया, कोई चंगा काम नहीं कीता, नाम नहीं जपिया, तां फिर खा पी के पापी स्यों तन गड्डिया। थुक्कां पईयां तित, मतलब धरती ते गंदगी फैलाई। कबीर जी कहंदे इहनूं तां सूर चंगा जिहड़ा सफाई तां करदा। जित मुख नाम ना उचरै, उचारण करो सतनाम श्री वाहिगुरू वाहिगुरू वाहिगुरू। जिहड़ा मूँह नहीं करदा, घट्टो घट बुरकी मूँह च पाउण तों पहिलां वाहिगुरू कहिए ते चोला करके भी वाहिगुरू कहिए। उस वाहिगुरू दा इन्ना कि तां धन्नवाद कर दईए। तू दाता दातार, तेरा दिता खावना। इਉਂ महाराज नूं मत्था टेक के छकीए तां साडा जिहड़ा दोष है अकिरत घनता दा उतर जांदा इन्ने क नाल ही। नहीं तां कहंदे जित मुख नाम ना उचरै, बिन नामे रस खाहे। नानक इवै जाणीਐ, तित मुख थुक्कां पाहे। इन्नी बुरी हालत हुंदी है। मध विच रिद्धा पाई कै कुत्ते दा मास, धरिया मानस खोपरी तिस मंदी वास। ते रत्तू पड़िया कपड़ा कर कज्जन तास, आख सुनाए पुछिया लाहे विश्वास। नदर पवै अकिरत घन, मत होए विनाश। पुछण वाले ने पुछया भी मास रहने ते उत्ते लहू वाला लिबड़िया कपड़ा क्यों पाया? तो बीबी ने दसिया कहंदी भी किसी किरत घन माड़े बंदे की नज़र ना पै जाए, जिहड़ा रब तो देह लैके शरीर लैके घर बार माया धीला लैके फिर उहदा नाम नहीं जपदा, मुनकर होया। इन्नी निगाह उहदी माड़ी है। तो इसलिए महाराज कहंदे ने भी त्रिग त्रिग खाया, त्रिग त्रिग सोया, त्रिग त्रिग कापड़ अंग चढ़ाया। त्रिग शरीर सहित कुटुंब स्यों, जित हुण खसम ना पाया। पौड़ी छुड़की हाथ ना आवे, टहला जन्म गवाया। वो मारी क्यों नहीं जाते? जिन्हां नूं वाहिगुरू भुलिया, सारे जीवां दा जिंदगी दा दाता, जिंदगी देण वाला। ऑक्सीजन डॉक्टरां तो पुछ के वेखो भी किन्ने दा सिलेंडर है। रब ना करे आ जिहड़ी बीमारी चली सीगी ते ये सिलेंडर तो बगैर काबू ही नहीं सी आउंदी, साह ही औखा कर दिंदी आ करोना। तो इस वास्ते सिलेंडर लाओ तो बंदा सौखा है, लवाउणा पैंदा सी जिन्हां नूं और हो जांदी। किन्ना महंगा है तो कढ़दा ही थोड़ा चिर है। तो वेखो जिहड़े श्वास आपां लै रहे हैं, ऑक्सीजन अंदर खिच रहे हैं, ये वाहिगुरू वल्लों कदी किसी नूं बिल नहीं भेजिया। जे किते बिल आउणा शुरू हो जाए, आ बिजली वालियां दिमाग भुआया होया, जे किते ऑक्सीजन का बिल रब भेज दे, मैं तां कई बार सोचदा हुन्ना फिर जिंदगी औखी हो जाए। फिर फतेह ही बुलाउणी पए भी महाराज भी इन्ना खर्चा नहीं साथों चलिया जाना, तू सानूं उही लै जा तां चंगा। तो इस वास्ते बिल तो पहले ही तंग कर रहे हैं। महाराज कहते ने जिस वाहिगुरू का भां दिता खांदे हैं, अन्न दाना कपड़ा लीड़ा पहनते हैं, उहदी ऑक्सीजन वरतते हैं, सुंदर माहौल दे विच पल रहे हैं जिथे बैठे हुए हैं। ते वेखो इहदा मुल ही कोई नहीं। मैं गया कुतुब मीनार, पता नहीं 40 या 50 रुपये टिकट एक बंदे की, 250-300 रुपया ऊँ ही बर्बाद हो गया। तो नाले तो बंदा भुखा मरिया, नाले प्यासा मरिया, कख भी नहीं उत्थे। कबरां ही कबरां, खंडरात, मैनूं कुछ लभ्या नहीं। ताज महल आपां गए हुए नहीं। तो इस वास्ते इहो जिहियां जगह जिथे वेखो अंदर जाण की भी टिकट लगती है, तो जिथे वेखो वाहिगुरू का नाम चिंतन हो रहा है, इन्ना कुछ परमात्मा का ये बनया होया है। कितना सुख है, कितनी शांति है। ये सानू फ्री ऑफ कॉस्ट
ਵਾਹਿਗੁਰੂ ਵੱਲੋਂ ਬਖਸ਼ਿਸ਼ ਹੋਈ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ ਜੋ ਹੈ ਆਪਦੇ ਮਾਂ ਪਿਓ ਦੇ ਘਰ ਦਾ ਕੋਈ ਕਿਰਾਇਆ ਭਾੜਾ ਨਹੀਂ ਹੁੰਦਾ। ਨਾਨਕ ਕਹਿ ਘਰ ਕੇਵਲ ਨਾਮ। ਇਸ ਲਈ ਜੇ ਆਪਾਂ ਸੋਚੀਏ ਤੇ ਕਿੱਥੋਂ ਤੱਕ ਗੱਲ ਪਹੁੰਚਦੀ ਹੈ। ਸੋ ਮਹਾਰਾਜ ਫਰਮਾਉਂਦੇ ਹਨ, ਜੀਵਨ ਕਾ ਦਾਤਾ। ਸਾਡਾ ਵਾਹਿਗੁਰੂ ਸਾਡੇ ਜੀਵ ਆਤਮਾ ਦਾ ਵੀ ਦਾਤਾ ਹੈ, ਜਿਹਨੇ ਸਾਡੇ ਸਰੀਰ 'ਚ ਰੂਹ ਪਾਈ ਹੈ, ਬੱਚੇ ਵਿੱਚ ਜਾਨ ਪਾਈ ਹੈ, ਜਿਹਨੇ ਸਾਡੇ ਵਿੱਚ ਸਵਾਸ ਪਾਏ ਨੇ, ਫਿਰ ਆਕਸੀਜਨ ਦੇ ਕੇ ਸਾਨੂੰ ਜਿਉਂਦਾ ਰੱਖ ਰਿਹਾ। ਤੇ 1 ਮਿੰਟ ਲਈ ਜੇ ਆਕਸੀਜਨ ਬੰਦ ਕਰ ਜਾਏ ਸਾਰੀ ਦੁਨੀਆ ਹੀ ਮਲੀਆ ਮੇਟ ਹੋ ਜਾਏ। ਉਹ ਵਾਹਿਗੁਰੂ ਸਭਨਾਂ ਦਾ ਸਵਾਸਾਂ ਦਾ ਦਾਤਾ ਹੈ। ਇਸ ਲਈ ਕਹਿੰਦੇ ਨੇ ਜਿਸ ਬਿਸਰੈ ਇੱਕ ਨਿਮਖ ਨਾ ਸਰੈ। ਜਿਸ ਵਾਹਿਗੁਰੂ ਦੇ ਭੁੱਲਣ ਦੇ ਇੱਕ ਨਿਮਖ ਵੀ ਨਹੀਂ ਸਰਦਾ ਤੇ ਉਹਨੂੰ ਕਿਉਂ ਆਪਾਂ ਭੁਲਾਇਆ ਹੋਇਆ ਹੈ। ਜੋ ਸਾਰੇ ਜੀਆਂ ਦਾ ਸਭਨਾਂ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਉਹਨੂੰ ਭੁੱਲਣਾ ਨਹੀਂ ਚਾਹੀਦਾ। ਔਰ ਬ੍ਰਹਮ ਜਨ ਸੇਵਿਆ। ਜਿਸ ਵੀ ਸੇਵਕ ਜਨ ਨੇ ਪਰਮਾਤਮਾ ਨੂੰ ਸੇਵਨਾ ਕੀਤਾ ਹੈ, ਅਨ ਦਿਨ ਰੰਗ ਰਾਤਾ। ਉਹ ਅਨ ਰਾਤ ਤੇ ਦਿਨ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਸ਼ਾਂਤ ਸਹਿਜ ਆਨੰਦ ਘਨਾ। ਉਹਨੂੰ ਹਿਰਦੇ 'ਚ ਸ਼ਾਂਤੀ, ਸਹਿਜ ਗਿਆਨ ਤੇ ਘਣਾ ਆਨੰਦ, ਬਹੁਤਾ ਬੇਅੰਤ ਆਨੰਦ ਪ੍ਰਾਪਤ ਹੋਇਆ ਹੈ। ਆਨੰਦੋ ਆਨੰਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ। ਚਾਖਿਆੜਾ ਮੈਂ ਹਰਸ ਮੀਠਾ ਰਾਮ। ਪੂਰਨ ਭਈ ਆਸ। ਔਰ ਉਹਦੀ ਸਾਰੀ ਆਸਾ ਇੱਛਾ ਵੀ ਪੂਰੀ ਹੋ ਗਈ ਹੈ। ਪਾਇਆ ਹਰ ਸਾਧ ਸੰਗ। ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਗੁਣ ਤਾਸ। ਗੁਣਾਂ ਦੇ ਖਜ਼ਾਨੇ ਹਰੀ ਪ੍ਰਮਾਤਮਾ ਨੂੰ ਸਿਮਰਦਿਆਂ ਉਹ ਸੇਵਕ ਨੇ ਆਤਮਿਕ ਸੁਖ ਪਾ ਲਿਆ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਸੁਆਮੀ ਅਰਦਾਸ ਜਨ। ਇਹ ਮੇਰੇ ਮਾਲਕ ਪਰਮਾਤਮਾ ਮੇਰੇ ਜਨ ਦਾਸ ਦੀ ਅਰਦਾਸ ਬੇਨਤੀ ਦੇ ਕੰਨ ਸੁਣੋ। ਅਰਦਾਸ ਜੀ ਉਹ ਕੰਨ ਦੇ ਕੇ ਧਿਆਨ ਦੇ ਨਾਲ ਸੁਣੋ ਜੀ। ਖਿਆਲ ਕਰਨਾ, ਸੁਣਦਾ ਪਰਮਾਤਮਾ ਸਾਰਿਆਂ ਦੀ ਹੈ ਪਰ ਹਰੇਕ ਦੀ ਮੰਨਦਾ ਨਹੀਂ ਹੈ। ਕਿਉਂਕਿ ਉਹਨੂੰ ਪਤਾ ਹੈ ਸਾਡੇ ਲਈ ਕੀ ਭਲਾ ਹੈ ਕੀ ਬੁਰਾ ਹੈ। ਜੋ ਸਾਨੂੰ ਆਪ ਦਾ ਭਲਾ ਜਾਪਦਾ ਹੈ ਕਿ ਇਸ ਨਾਲ ਸਾਡਾ ਭਲਾ ਹੋਵੇਗਾ, ਕਈ ਵਾਰ ਜ਼ਬਰਦਸਤੀ ਮਹਾਰਾਜ ਨੂੰ ਮਨਾ ਲਈਦਾ। ਮਹਾਰਾਜ ਮੰਨ ਵੀ ਜਾਂਦਾ ਜ਼ਬਰਦਸਤੀ, ਮਹਾਰਾਜ ਦੀ ਮਰਜ਼ੀ ਨਹੀਂ ਹੁੰਦੀ। ਤੇ ਪਰ ਜ਼ਬਰਦਸਤੀ ਜਦ ਮਨਾਈਦਾ ਫਿਰ 1 ਸਾਲ ਬਾਅਦ ਪਤਾ ਲੱਗਦਾ ਵੀ ਇਹ ਗੱਲ ਗਲਤ ਹੋਈ ਹੈ। ਆਪਾਂ ਜ਼ਬਰਦਸਤੀ ਮਹਾਰਾਜ ਨੂੰ ਮਨਾਇਆ, ਉਹਨੇ ਕੰਮ ਤਾਂ ਕਰਤਾ ਪਰ ਸਾਡੇ ਬੈਨੀਫਿਟ 'ਚ ਨਹੀਂ ਹੋਇਆ। ਜੇ ਮਹਾਰਾਜ ਦੇ ਭਾਣੇ 'ਚ ਰਹੀਏ, ਅਰਦਾਸ ਵਿੱਚ ਇਹ ਆਖੀਏ ਵੀ ਜੇ ਤਾਂ ਤੈਨੂੰ ਚੰਗਾ ਲੱਗਦਾ ਤਾਂ ਕਰਦੇ, ਨਹੀਂ ਲੱਗਦਾ ਤਾਂ ਰਹਿਣ ਦੇ। ਕਿਉਂਕਿ ਸਾਨੂੰ ਇਸ ਬਾਰੇ ਕੁਛ ਪਤਾ ਨਹੀਂ ਵੀ ਸਾਡੇ ਲਈ ਇਹ ਭਲਾ ਹੈ ਜਾਂ ਬੁਰਾ ਹੈ। ਤੇ ਸਾਡੀ ਤਾਂ ਮਰਜ਼ੀ ਇਸ ਤਰ੍ਹਾਂ ਹੈ ਕਿ ਆਪਾਂ ਇੰਜ ਕਰੀਏ, ਪਰ ਜੇ ਤੇਰੀ ਮਰਜ਼ੀ ਹੈ ਤਾਂ ਕਰ, ਨਹੀਂ ਤਾਂ ਰਹਿਣ ਦੇ। ਆਪਾਂ ਉਹੀ ਚੰਗੇ ਇਹ ਅਰਦਾਸ ਕਰਨੀ ਚਾਹੀਦੀ ਹੈ। ਕਈ 5 ਪਿਆਰੇ ਸਾਹਿਬਾਨ ਉਹਨਾਂ ਦੇ ਪਾਸੋਂ ਅਰਦਾਸ ਕਰਾਉਂਦੇ ਨੇ, ਲੱਗਦੀ ਭਾਈ ਜਿੱਥੋਂ ਤੱਕ ਵਸ ਚੱਲੇ 5 ਪਿਆਰਿਆਂ ਦੇ ਪਾਸੋਂ ਅਰਦਾਸ ਨਹੀਂ ਕਰਾਈਏ ਤਾਂ ਚੰਗਾ। ਕਿਉਂਕਿ ਗੁਰੂ ਸਾਹਿਬ ਜੀ 5 ਦਾ ਹੁਕਮ ਮੰਨ ਲੈਂਦੇ ਨੇ, ਉਹ ਹੁਕਮ ਹੋ ਜਾਂਦਾ। ਤੇ ਇਸ ਵਾਸਤੇ ਜ਼ੋਰ ਜ਼ਬਰੀ ਨਹੀਂ ਕਰਨੀ ਚਾਹੀਦੀ। ਮਹਾਰਾਜ ਸੱਚੇ ਪਾਤਸ਼ਾਹ ਦੇ ਭਾਣੇ 'ਚ ਰਹਾਂਗੇ ਤੇ ਗੁਰੂ ਸਾਹਿਬ ਖੁਸ਼ੀ ਦੇਣਗੇ। ਤੇ ਜੇ ਆਪਾਂ ਜ਼ਬਰਦਸਤੀ ਕੀਤੀ ਫਿਰ ਕਈ ਵਾਰ ਰੋਣਾ ਵੀ ਪਊਗਾ, ਮੰਨਣਾ ਪਊਗਾ ਸਾਲ ਬਾਅਦ ਵੀ ਜੋ ਆਪਾਂ ਪਹਿਲਾਂ ਗੁਰੂ ਸਾਹਿਬ ਨੂੰ ਮਨਾਇਆ ਇਹ ਗਲਤ ਮਨਾਇਆ ਹੈ। ਇਸ ਲਈ ਸਾਡੇ ਮਾਂ ਪਿਓ ਨੂੰ ਪਤਾ ਕਿ ਬੱਚਿਆਂ ਨੂੰ ਕਿੰਝ ਦਾ ਮਾਹੌਲ ਚਾਹੀਦਾ, ਕੀ ਕੁਛ ਚਾਹੀਦਾ ਕੀ ਨਹੀਂ ਚਾਹੀਦਾ। ਇਸ ਵਾਸਤੇ ਸੁਣ ਸੁਆਮੀ ਅਰਦਾਸ। ਇਹ ਮੇਰੇ ਮਾਲਕ ਪਰਮਾਤਮਾ ਮੇਰੀ ਅਰਦਾਸ ਮੇਰੀ ਬੇਨਤੀ ਸੁਣਨਾ ਕਰੋ। ਅਰਦਾਸ ਦੀ ਮਰਿਆਦਾ ਹੈ।
ਜਿਹੜਾ ਗੁਰੂ ਘਰ ਦਾ ਅਰਦਾਸੀ ਆ, ਸੇਵਾਦਾਰ ਗ੍ਰੰਥੀ ਸਿੰਘ, ਇਕੱਲੇ ਕੋਲੋਂ ਅਰਦਾਸ ਤੁਸੀਂ ਕਰਾ ਸਕਦੇ ਹੋ, ਪਰ ਪੰਜਾਂ ਕੋਲੋਂ ਕਰਾਉਣ ਲੱਗਿਆਂ 100 ਵਾਰ ਸੋਚੋ। ਕਰਨ ਵਾਲੇ ਵੀ 1000 ਵਾਰ ਸੋਚਣ ਵੀ ਕਿਸ ਤਰ੍ਹਾਂ ਦੀ ਅਰਦਾਸ ਹੈ ਤੇ ਕਿਵੇਂ ਹੋਣੀ ਹੈ। तो इस वास्ते जे बेनती हो जाए जिहड़ा अरदास कराउण वाला भी कुछ पाठ करे, कुछ आप उद्यम करे तां भला होवे। तो इसलिए ये मेरे महाराज रब दे कन हन, बोला नहीं है, कोई उन्हें मशीन नहीं लाई भी उन्होंने सुनता नहीं है। भावें दिल च बोलो, दिल की गल भी वो सुन लैंदा है, उहदे कन हैन, दे कन सुनो अरदास जी। वो ताइयों महाराज ने आख्या भी ध्यान करके कन दे के अरदास सुन, सबना दी सुनदा है। चीटी ते कुंचर अस्तूला, चीटी कीड़ी दी आवाज़ भी सुनदा ते हाथी दी झंगारता उहदे कन्नां च पैणियों ही पैणी है। वेखो हरिहर क्षेत्र ते गजिंदर हाथी दी पुकार सुन के उन्होंने तंदवे दी तारां तो मुक्त कराया। सुनी अरदास स्वामी मेरा, सर्व कला बणियाई, प्रगट पाई सगले जुगंतर, गुरु नानक की वडियाई। अरदास का मीनिंग की है जे आप संधि छेद करिए, अर्ज प्लस दास, जो दासा भाव धार के अर्ज करनी, बेनती करनी, इहदा नाम है अरदास। कहते खुदा मंजूर करता है, दुआ जब दिल से होती है, मुश्किल तो यही है कि ये मुश्किल से होती है। जोड़े अमृत छकाउण वाले 5 प्यारे ने, जे कोई उन्होंने आखे भी मेरी अरदास करो, खास करके औलाद बारे या कुछ होर विशेष कारज बारे, तो सब तो पहला वो आंदे ने भी दोवें जी सहज पाठ करियो। अरदास तां कर दिंदे आ, महाराज नूं सिफारिश पा दिंदे आ, पर सहज पाठ तुहानूं करना पऊगा। तो जां जपजी साहिब दे 25 पाठ ते 250 पाठ अखंड पाठ के बराबर, या सुखमनी साहिब दे 51 पाठ अखंड पाठ के बराबर ने। तो इसलिए कुछ ना कुछ आप उद्यम करो, या मूल मंत्र का 1.25 लाख पाठ पढ़ो, कोई भी अरदास कोई विशेष है, कोई जाप करो। तो इसलिए ताई साडी अरदास बेनती मंजूर होएगी। जो भगती करके नाम जप के अरदास करनी है, इहदे नाल भार नहीं पैंदा, कराउण वाले ते भी ते करन वाले ते भी। जे आपां उवें ही भजे भजाइए आईए, पैसे तां गुरुद्वारे च पहलां ही बथेरे ने, महाराज नूं पैसे की कोई इन्नी खास जरूरत नहीं है। जे आप महाराज नोट विखाइए भी आ वेख 1000 का या 2000 का नोट है जी, साड़ी अरदास है जी, इंज नहीं गल बनती। सेवा करनी चाहिए है श्रद्धा भावना नाल, माया सफल हुंदी है, पर थोड़ा बहुता प्रेम का इजहार करन भगती की भी जरूरत है। कोई खास कारज, एक ओंकार सतनाम करता पुरख निरभव निर्वैर अकाल मूरत अजूनी सैभं गुर प्रसाद, जप आद सच तुमरे काज सवारे। रहाव, रहाव भी कहना, गौड़ी महला 5वां भी बोलना। कोई विद्वान प्रेमी ने मैनू आख्या भी तुसी कथा करदे हो, मिनट के बाद रहाव आ जाता, तो जे आप इसकी कथा ना ही करी, रहाव पाठी बोल दे, आ हुणे सिंह को विसर गया, तो बार बार वो यही अर्थ ने विश्राम दे के फरमाउंदे ने रहाओ ठहराओ। पर नहीं, जे महाराज ने लिखा तो उन्होंने पढ़ो। बिलावल महला 5वां, गौड़ी महला 5वां, ये तुर की बाणी दे के अखर सानू पढ़ना चाहिए है। अखर लिखे से ही गावा, रसना सफल होंदी है। गौड़ी महला 5वां भी बार बार बोलना, रहाओ भी विच बोलना है। गौड़ी महला 5वां तां ही शब्द पूरा होगा, नहीं तो शब्द अधूरा रह जाएगा। गौड़ी महला 5वां, थिर कर बैसो हो हर जन प्यारे, सतगुरु तुमरे काज सवारे। रहाव, दुष्ट दूत परमेश्वर मारे, जन की पैज रखी करतारे।
बादशाह साह सवस कर दीने, अमृत नाम महारस पीने, निरपौ होए भजो भगवान, साध संगत का मिल कीनो दान, शरण परे प्रभु अंतर जामी, नानक ओट पकरी प्रभु स्वामी। अतनहास तो एक प्रेमी गुरमुख आउंदे ने, हुण भी आउण ही वाले ने। उन्हें कल मैनूं हुक्म लाया कि संगतां कथा सुन आउंदियां ने, जिन्नियां कि आउंदियां उन्हां नूं बेनती करो, आ किसानां दा मोर्चा चल रहा है। जे आपां मोदी अगे रौला पाउण दी बजाए यही शब्द पढ़ लईए, रब नूं ही आखीए भी रब जी आ जिहड़ा नगलैक्ट बंदा तुसीं प्रधान मंत्री बेशर्म बनाया, एडा ढीठ बंदा दुनिया 'च मैं किते नहीं वेखिया। किन्ना मर्जी बंदा ढीठ होवे, अगले नूं पुछे तो सही भी हाँ दसो जी की गल है, गल तां करो, भावें ना ही मनो, चलो रोंदे नूं तां चुप कराओ ना। अगले वेखो निक्के निक्के न्याणे लैके, हुण माइयां बीबियां जिहड़ियां विआहियां ने, वो घर दे विच कल्लियां विचारियां, बंदे उन्हां दे उत्थे ने, हुण न्याणे तां उत्थे जाणगे जिथे बंदे होणगे। वो सड़कों के छोटे छोटे बच्चे पढ़ते वेखे, कल मैं एक निक्का जिहा न्याणा उहदे मूँह च बुरकी पाउंदे, वेखो इन्नी ठंड दे विच उत्थे इन्ने परिवारां दे परिवार रोल रहे ने। तुसीं पुछो तां सही भाई गल की है, दसो किवें करिए, कोई टाइम लै लो, कोई साल दा, कोई 6 महीने बाद ही। इहो जिहा बशर्म बंदा ढीठ रब करे भी उन्होंने समत बख्शे। असीं महाराज नूं क्यों ना आखीए ਇਹਦੇ दिमाग का कीड़ा कढ़, इन्ना भी लालच की होया, करोड़ां रुपये खा के ते गरीब दा वेखो ਉਹਦੇ ਮੂੰਹ ਦੇ ਵਿੱਚ ਬੁਰਕੀ भी पाउण ਤੋਂ ਉਹਦੇ ਤੋਂ ਖੋਹ ਲੈਣੀ, ਆਪ ਦਾ ਢਿੱਡ ਭਰੀ ਜਾਣਾ, किन्नी माड़ी गल है। मैनूं तां बहुत तरस आउंदा, मेरा वस चले। ते इहो ਜਿਹੇ लोग ਜਿਹੜੇ दिने भी नहीं चैन ना बहिंदे, रात भी नहीं सौंदे, आपदियां पैलियां सप्पां दियां सिरियां मिहनदे, सब कुछ ही उन्होंने तो बंदा कुरबान कर दे भी लो भाई जो तुहानूं चाहिए चुको, साडे कोल मदद लो। वो तो बेचारे दुकानां दे पिछला समा सी, हुण तां कदी आपां इन्ना वेखिया नहीं। दुकानदारां नाल ये कीता हुंदा भी 6 महीने बाद तुहानूं पैसा रुपया वेखण नूं कित्थे मिलदा, खादा ही नहीं माण भी सौदा सानूं दे जा वीर बन गए, 6 महीने बाद तेरे दुकान दे दाने सुੱਟ देंगे, ते जां थोड़े थोड़े दाने दुकान दे लई जाने, ते उन्होंने कहना दाने लै ला ते सानूं सौदा दे दे। पैसा कित्थे आ, आड़तियां कोलों चुक चुक के ते फसल पालदे ने। आ जिहड़े बिजली वाले ने इन्हां नाल ठेका कीता हुंदा, भाई कोई तार तूर साडी विगड़ जाए तो ठीक कर दी, 6 महीने बाद दाने लै लई, बोरी 2 बोरी। आ लुहारां नाल ठेका कीता हुंदा, आ दातरी दंदे कढ़ दी गुरमुखा, साडे संद सुंद सही कर दी, पैसा पूसा नहीं साडे कोल है, 6 महीने बाद दाने आउणगे लै लई। दसो उन्हां लोकां तो आपां की लै सकदे आ। फिर इहो ਜਿਹੇ बंदे दी जे हां लग जाए कित्थे लेखां देआंगे। महाराज समा तो सबना नूं दिंदा, औरंगजेब नूं भी दिता सीगा, पर वेखो किस हालत नाल मरिया। रब ही समत बख्शे इन्हां लोकां नूं, कर तां मैं कुछ नहीं सकते, शब्द तां पढ़ो घट्टो घट्ट ਜਿਹੜੇ ਇੱਥੇ ਬੈਠੇ ਨੇ। ਹੁਣ ਆਪਾਂ ਜਾਣ ਤੋਂ ਤਾਂ ਰਹੇ, ਇਹੀ ਸ਼ਬਦ ਪੜ੍ਹ ਲਓ, बादशाह साह सब वस कर दीने, अमृत नाम महारस पीने, निरपौ होए भजो भगवान, साध संगत मिल कीनो दान, शरण परे प्रभ अंतर जामी, नानक ओट पकरी प्रभ स्वामी। जिन्ना भी ਇਹਦਾ ਵੱਧ ਤੋਂ ਵੱਧ ਜਾਪ ਹੋਵੇ ਕਿਸਾਨਾਂ ਦੇ ਭਲੇ ਵਾਸਤੇ, ਜਿਹੜੇ नहीं जा सकते, तो ये गुरुद्वारे की सलाह है कि आप जिथे भी बैठते हो आपदे घर बैठे 5 मिनट 7 मिनट उन्हों का ध्यान धार के उन्हों की अरदास करो भी महाराज उन्होंने घर नूं मोड़, कुछ उन्होंने मसला हल कर। अजे तक कोई हल होने के आसार नहीं हैं, बड़ी माड़ी गल है। सो किसानी जो अन्नदाता वो सड़कों ते रोलिया, ते जिहड़े बंदे लुटेरे ने वो जहाज़ां ते घूम रहे ने। परमात्मा यही तो कलयुग है, रब राखा दुनिया का, पता नहीं कित्थे लेखा इन्हां दा होऊगा।
ਸੁਆਮੀ ਅਰਦਾਸ ਜਨ। हे मेरे मालिक परमात्मा, मेरे दास दी अरदास सुन, बेनती सुन। ਤੁਮ ਅੰਤਰ ਜਾਮੀ। ਆ ਤਾਂ ਬਸ਼ਰਮ ਬੰਦਾ, ਢੀਠ ਬੰਦਾ ਜਿਹੜਾ ਤੂੰ ਕੁਰਸੀ ਤੇ ਬਿਠਾਇਆ, ਤੂੰ ਤਾਂ ਅੰਤਰਜਾਮੀ ਸਾਨੂੰ ਜਾਣਦਾ ਵੀ ਆਪਾਂ ਗਰੀਬ ਬੰਦੇ ਆ, ਇੰਨਾ ਕੁਛ ਸਾਡੇ 'ਚ ਪਾਇਆ ਸਮਰੱਥਾ ਨਹੀਂ ਹੈ। ਥਾਨ ਥਨੰਤਰ ਰਾਵ ਰਹੇ। ਤੂੰ ਥਾਨ ਥਨੰਤਰ, ਥਾਵਾਂ ਦੇ ਅੰਦਰ ਰਹਿਣ ਵਾਲੇ ਜੀਵ, ਪਾ ਮਕਾਨ ਤੇ ਮਕਾਨੀਆਂ 'ਚ ਵਿਆਪਕ ਹੋ ਰਿਹਾ। ਨਾਨਕ ਕੇ ਸੁਆਮੀ। ਅਸਲੀ ਮਾਲਕ ਤਾਂ ਤੂੰ ਹੀ ਆ ਸਾਡਾ। ਸੋ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁਖ ਕੈਸਾ ਭਾਵ ਹੈ। ਇਹ ਮਹਾਰਾਜ ਸਭਨਾਂ ਦਾ ਮਾਲਕ ਤੂੰ ਹੀ ਹੈ, ਸਾਡਾ ਰਾਖਾ ਤਾਂ ਤੂੰ ਹੀ ਹੈ। ਕਰਤਾਰਪੁਰ ਸਾਹਿਬ ਮਹਾਰਾਜ ਨੇ ਖੇਤੀ ਕੀਤੇ, ਉਹਦੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਤੋ ਸੰਗਤਾਂ ਦਰਸ਼ਨ ਕਰਦੀਆਂ ਨੇ। ਇਹ ਮਾਲਕਾ, ਇਹ ਗੁਰੂ ਨਾਨਕ ਸਾਹਿਬ, ਤੂੰ ਕਿਰਪਾ ਕਰ, ਸਾਡੀ ਅਰਦਾਸ ਸੁਣ, ਕੁਝ ਨਾ ਕੁਝ ਸਾਡਾ ਰਾਹ ਕੱਢ, ਜਿਸ ਕਰਕੇ ਇਹ ਦੁਨੀਆ ਜਿਹੜੀ ਹੈ ਹਮੇਸ਼ਾ ਸੁਖੀ ਵਸਦੀ ਰਹੇ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਜੇ ਦੁਨੀਆ ਦੀ ਹਾਰ ਲੱਗ ਜਾਏ ਤੇ ਬੰਦਾ ਬਚਦਾ ਨਹੀਂ, ਤੋ ਜੇ ਬਚਾ ਤਾਂ ਇਹਨਾਂ ਦੀ ਅਸੀਸ ਲੈਣੀ ਚਾਹੀਦੀ ਹੈ। ਸੋ ਕਹਿੰਦੇ ਮੰਦਾ ਕਿਸ ਨੂੰ ਆਖੀ ਜਾਂ ਤਿਸ ਬਿਨ ਕੋਈ ਨਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਭੁੱਲਾਂ ਚੁੱਕਾ ਖਿਮਾ ਕਰਨ ਜੀ, ਅੱਗੇ ਤੋਂ ਸਮਤ ਬਖਸ਼ਣ। ਹੁਣ ਸੁਆਮੀ ਅਰਦਾਸ ਜਨ, ਤੁਮ ਅੰਤਰ ਜਾਮੀ। ਥਾਨ ਥਨੰਦਰ ਰਵ ਰਹੇ, ਨਾਨਕ ਸੁਆਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।